ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰ ਵਾਲਿਓ, ਆਪਾਂ ਅੱਜ ਗੱਲ ਕਰਨੀ ਚਾਹੁੰਦੇ ਹਾਂ ਬਾਣੀ ਦੀ ਸਮਝ। ਬਹੁਤ ਜ਼ਰੂਰੀ ਗੱਲ ਆ ਵੀ ਆਪਾਂ ਸਾਰੇ ਹੀ ਬਾਣੀ ਨੂੰ ਪੜ੍ਹਨ ਸੁਣਨ ਸਮਝਣ ਵਾਲੇ ਇਸ ਬੰਨੇ ਧਿਆਨ ਦਈਏ ਵੀ ਸਾਨੂੰ ਬਾਣੀ ਦੀ ਸਮਝ ਕਿਵੇਂ ਆਵੇ, ਕਿਉਂਕਿ ਇਹ ਬਹੁਤ ਗੱਲ ਹੋ ਰਹੀ ਹੈ ਵੀ ਬਾਣੀ ਨੂੰ ਸਮਝਣਾ ਜ਼ਰੂਰੀ ਹੈ। ਬਾਣੀ ਦੀ ਸਮਝ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਨਹੀਂ ਸਕਦੇ, ਜਾਂ ਬਾਣੀ ਨਾ ਸਮਝਣ ਕਰਕੇ ਸਿੱਖੀ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਇਹਦੇ ਵਿਹੜੇ ਆਣ ਪਸਰੀਆਂ ਆ, ਜਿਹੜੀਆਂ ਕਿ ਅੱਜ ਸਾਨੂੰ ਸਿੱਖਾਂ ਦੇ ਜੇਨ ਵਿੱਚੋਂ ਕੱਢਣੀਆਂ ਔਖੀਆਂ ਹੋ ਰਹੀਆਂ। ਤਾਂ ਬਾਣੀ ਦੀ ਸਮਝ ਵਾਸਤੇ ਇੱਕ ਤਾਂ ਆ ਵੀ ਤੁਸੀਂ ਗਿਆਨਵਾਨ ਹੋ, ਸਮਝ ਰੱਖਦੇ ਹੋ, ਤੁਹਾਡੇ ਕੋਲ ਨੌਲੇਜ ਹੋਵੇ। ਪਰ ਜੇ ਤੁਸੀਂ ਬਾਣੀ ਦੀ ਸਹੀ ਵਿਚਾਰ ਨੂੰ ਜਾਣਨਾ ਚਾਹੁੰਦੇ ਆ, ਜਾਂ ਬਾਣੀ ਦੀ ਸਹੀ ਜਿਹੜੀ ਗੁਰੂ ਸਾਹਿਬ ਜੀ ਜਿਸ ਸੰਦਰਭ ਵਿੱਚ ਬਾਣੀ ਨੂੰ ਸਾਡੇ ਸਾਹਮਣੇ ਰੱਖ ਰਹੇ ਆ, ਉਹਦੀ ਸਮਝ ਹੋਣ ਵਾਸਤੇ ਬਾਣੀ ਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ। ਹੁਣ ਇਹ ਗੱਲ ਥੋੜ੍ਹੀ ਜਿਹੀ ਧਿਆਨ ਨਾਲ ਸਮਝ ਲਓ ਵੀ ਬਾਣੀ ਦੀ ਸਮਝ ਹੋਣ ਲਈ ਬਾਣੀ ਦੀ ਸਮਝ ਹੋਣਾ ਕਿਉਂ ਜ਼ਰੂਰੀ ਹੈ। ਫਿਰ ਜੇ ਤਾਂ ਬਾਣੀ ਦੀ ਸਮਝ ਹੋਏਗੀ ਤਾਂ ਫਿਰ ਬੰਦਾ ਸਮਝੇਗਾ ਕਿਉਂ, ਅਤੇ ਜੇ ਬਾਣੀ ਦੀ ਸਮਝ ਤੋਂ ਬਿਨਾਂ ਬਾਣੀ ਸਮਝ ਨਹੀਂ ਆਉਣੀ ਤਾਂ ਫਿਰ ਪਹਿਲਾਂ ਬਾਣੀ ਕਿੱਦਾਂ ਸਮਝੇ ਬੰਦਾ। ਇਹ ਗੱਲ ਥੋੜ੍ਹੀ ਜਿਹੀ ਧਿਆਨ ਮੰਗਦੀ ਹੈ। ਉਹ ਇੱਦਾਂ ਆ ਵੀ ਬਾਣੀ 'ਚ ਜਿਹੜੇ ਸ਼ਬਦ ਆਉਂਦੇ ਆ, ਉਹਨਾਂ ਸ਼ਬਦਾਂ ਨੂੰ ਜੇ ਤੁਸੀਂ ਕਿਸੇ ਦੁਨਿਆਵੀ ਸਕੋਲਰ ਦੇ ਹਿਸਾਬ ਨਾਲ ਜਾਂ ਦੁਨਿਆਵੀ ਕਿਸੇ ਗਿਆਨੀ ਦੇ ਹਿਸਾਬ ਨਾਲ ਫੈਸਲਾ ਕਰੋਗੇ ਤਾਂ ਬਹੁਤ ਸਾਰੇ ਫੈਸਲੇ ਬਾਣੀ ਦੇ ਆਪਣੀ ਮਨਮਰਜ਼ੀ ਨਾਲ ਕਰ ਬੈਠਾਂਗੇ। ਜਿਵੇਂ ਪਹਿਲਾ ਪੱਖ ਵੇਖੋ, ਜਲ ਕੀ ਮਛਲੀ ਤਰਵਰ ਬਿਆਈ। ਹੁਣ ਸਿੱਧੇ ਅਰਥ ਦੇ ਸਮਝ ਲੱਗ ਰਿਹਾ ਵੀ ਪਾਣੀ 'ਚ ਰਹਿਣ ਵਾਲੀ ਮੱਛੀ ਦਰੱਖਤ 'ਤੇ ਚੜ੍ਹੀ ਅਤੇ ਉੱਥੇ ਉਹਨੇ ਬੱਚਿਆਂ ਨੂੰ ਜਨਮ ਦਿੱਤਾ। ਹੁਣ ਇਹਨੂੰ ਜੇ ਦੁਨਿਆਵੀ ਕਿਸੇ ਕੋਸ਼ ਦੇ ਅਕੋਰਡਿੰਗ ਜਾਂ ਦੁਨਿਆਵੀ ਕਿਸੇ ਗ੍ਰੰਥ ਦੇ ਹਿਸਾਬ ਨਾਲ ਜਾਂ ਦੁਨਿਆਵੀ ਕਿਸੇ ਸਕੋਲਰ ਦੇ ਹਿਸਾਬ ਨਾਲ ਤੁਸੀਂ ਸਮਝਣਾ ਆ, ਜਾਂ ਕਿਸੇ ਸੰਪਰਦਾਇਕ ਢਾਂਚੇ ਦੇ ਸਿਸਟਮ ਨਾਲ ਸਮਝਣਾ ਚਾਹੋਗੇ, ਤਾਂ ਉਹ ਸਿੱਧੀ ਗੱਲ ਵੀ ਜਿਹੜੀ ਮੱਛੀ ਹੈ ਉਹ ਦਰੱਖਤ 'ਤੇ ਚੜ੍ਹ ਸਕਦੀ ਹੈ ਅਤੇ ਉੱਥੇ ਜਾ ਕੇ ਉਹ ਬੱਚਿਆਂ ਨੂੰ ਜਨਮ ਦਿੰਦੀ ਹੈ। ਪਰ ਇਹ ਗੱਲ ਸਮਝਣ ਲਈ ਤੁਹਾਨੂੰ ਬਾਣੀ ਵਿੱਚੋਂ ਇਹ ਸਮਝਣਾ ਜ਼ਰੂਰੀ ਹੈ ਵੀ ਬਾਣੀ ਦਰੱਖਤ ਕਿਹਨੂੰ ਮੰਨਦੀ ਹੈ, ਅਤੇ ਬਾਣੀ ਮੱਛੀ ਕਿਹੜੀ ਨੂੰ ਕਹਿ ਰਹੀ ਹੈ ਵੀ ਦਰੱਖਤ 'ਤੇ ਚੜ੍ਹ ਕੇ ਉਹਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਜਾਂ ਉਹਨੇ ਆਪਣਾ ਘਰ ਵਸਾ ਲਿਆ। ਇਹ ਗੱਲ ਬਹੁਤ ਜ਼ਰੂਰੀ ਹੈ। ਹੁਣ ਇੱਕ ਸ਼ਲੋਕ ਵੇਖਿਓ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੁ ਨਾਨਕ ਹਰਿ ਭਜ ਮਨਾ ਜਿਹ ਬਿਧ ਜਲ ਕੋ ਮੀਨ। ਹੁਣ ਜਿਵੇਂ ਮੱਛੀ ਪਰਮਾਤਮਾ ਨੂੰ ਪਾਣੀ ਨੂੰ ਯਾਦ ਕਰਦੀ ਹੈ, ਇੱਦਾਂ ਬੰਦੇ ਨੇ ਰੱਬ ਨੂੰ ਯਾਦ ਕਰਨਾ ਹੈ। ਮੱਛੀ ਪਾਣੀ ਨੂੰ ਯਾਦ ਕਿਵੇਂ ਕਰਦੀ ਹੈ? ਉਹਦਾ ਜੀਵਨ ਹੀ ਪਾਣੀ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਪਤਾ ਹੈ ਇਸ ਗੱਲ ਦਾ ਵੀ ਮਛਲੀ ਜਿਹੜੀ ਆ ਉਹਦਾ ਜੀਵਨ ਪਾਣੀ ਹੈ। ਮਛਲੀ ਜਲ ਕੀ ਰਾਨੀ ਹੈ, ਜੀਵਨ ਉਸਕਾ ਪਾਣੀ ਹੈ। ਹੁਣ ਇੱਦਾਂ ਹੀ ਇਸੇ ਗੱਲ ਨੂੰ ਵੀ ਮੱਛੀ ਜਿਵੇਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਸਿੱਖ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਸਮਝ ਲੱਗ ਗਈ ਵੀ ਜਿਹੜਾ ਮਨੁੱਖ ਹੈ ਇਹਦਾ ਦਰੱਖਤ 'ਤੇ ਚੜ੍ਹਨ ਦੀ ਗੱਲ ਹੋ ਰਹੀ ਹੈ, ਬੰਦੇ ਦੀ ਗੱਲ ਚੱਲ ਰਹੀ ਹੈ। ਇੱਦਾਂ ਹੀ ਹੋਰ ਵੇਖਿਓ, ਬਾਣੀ 'ਚ ਆਏਗਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਰੋਟੀ ਮੇਰੀ ਲੱਕੜ ਦੀ ਹੈ। ਹੁਣ ਮੰਨ ਲਓ ਇਹ ਬਾਣੀ 'ਚ ਆਈ ਪੰਕਤੀ, ਕੋਈ ਬੰਦਾ ਕਹੇ ਵੇਖੋ ਜੀ ਬਾਣੀ 'ਚ ਲਿਖਿਆ ਹੈ ਵੀ ਰੋਟੀ ਕਾਠ ਦੀ, ਅਤੇ ਇਹਨੂੰ ਅਸੀਂ ਸਿਧਾਂਤ ਬਣਾ ਕੇ ਇੱਦਾਂ ਪੇਸ਼ ਕਰੀਏ ਵੀ ਕਾਠ ਦੀ ਰੋਟੀ, ਕਾਠ ਮੀਨਿੰਗ ਲੱਕੜ। ਜਦੋਂ ਦੁਨਿਆਵੀ ਕੋਸ਼ ਵਿੱਚ ਜਾਂ ਕਿਸੇ ਸਿਆਣੇ ਬੰਦੇ ਨੂੰ ਪੁੱਛੋਗੇ ਉਹ ਕਹਿਣਗੇ ਕਾਠ ਦਾ ਮਤਲਬ ਲੱਕੜ ਹੁੰਦਾ ਆ। ਪਰ ਜਦੋਂ ਬਾਣੀ ਵਿੱਚ ਵੇਖੋਗੇ ਤਾਂ ਫਿਰ ਸਮਝ ਲੱਗੇਗੀ ਵੀ ਕਾਠ ਦਾ ਮਤਲਬ ਜਿਹੜਾ ਆ ਕੀ ਹੋਏਗਾ। ਹੁਣ ਇੱਦਾਂ ਹੀ ਸੂਕੇ ਕਾਸਟ ਹਰਿਆ, ਬਾਣੀ 'ਚ ਸ਼ਬਦ ਆਏਗਾ ਵੀ ਸੂਕੇ ਕਾਸਟ ਹਰਿਆ, ਕਾਸਟ ਮੀਨਿੰਗ ਲੱਕੜ। ਹੁਣ ਇਹ ਜ਼ਰੂਰੀ ਇਸ ਲਈ ਬਣ ਜਾਂਦੀ ਗੱਲ ਵੀ ਜਦੋਂ ਤੁਸੀਂ ਇਹ ਕਹਿੰਦੇ ਆ ਵੀ ਅਸੀਂ ਬਾਣੀ ਨੂੰ ਸਮਝਦੇ ਹਾਂ ਆਪਣੇ ਹਿਸਾਬ ਨਾਲ, ਅਤੇ ਉੱਥੇ ਅਸੀਂ ਟਪਲਾ ਖਾਣਾ ਹੀ ਖਾਣਾ ਆ। ਪਿਛਲੇ ਦਿਨੀ ਮੈਂ ਇੱਕ ਬੇਨਤੀ ਕੀਤੀ ਸੀਗੀ ਵੀ ਬਹੁਤ ਸਾਰੇ ਭਰਮ ਬਾਣੀ ਦੂਰ ਕਰਦੀ ਹੈ। ਬਾਣੀ ਨੇ ਇਹ ਭਰਮ ਦੂਰ ਕੀਤਾ ਵੀ ਪਰਮਾਤਮਾ ਕੀ ਹੈ। ਬਾਣੀ ਨੇ ਇਹ ਭਰਮ ਦੂਰ ਕੀਤਾ ਵੀ ਰੱਬ ਦੀ ਪੂਜਾ ਕਿਵੇਂ ਕਰਨੀ ਹੈ। ਬਾਣੀ ਨੇ ਇਹ ਭਰਮ ਦੂਰ ਕੀਤਾ ਵੀ ਅਸੀਂ ਅਸਲੀ ਸੱਚ ਸਿਧਾਂਤ ਨਾਲ ਕਿਵੇਂ ਜੁੜਨਾ। ਅਤੇ ਉਹਦੇ ਨਾਲ ਬਾਣੀ ਨੇ ਇੱਕ ਬਹੁਤ ਵੱਡਾ ਭਰਮ ਇਹ ਦੂਰ ਕੀਤਾ ਵੀ ਤੂੰ ਕੋਈ ਬਹੁਤਾ ਸਿਆਣਾ ਨਹੀਂ। ਉਹ ਸ਼ਬਦ ਵੇਖਿਓ, ਕਹੋ ਨਾਨਕ ਬਿਨ ਆਪਾ ਚੀਨੈ। ਹੁਣ ਜਿਹੜਾ ਬੰਦਾ ਕਹਿ ਰਿਹਾ ਵੀ ਸਾਰੇ ਬੰਦੇ ਮੇਰੇ ਹਿਸਾਬ ਨਾਲ ਚੱਲੋ, ਮੇਰੀ ਗੱਲ ਨੂੰ ਸੁਣੋ, ਮੇਰੀ ਗੱਲ ਬਹੁਤ ਕਮਾਲ ਦੀ ਹੈ, ਗੁਰੂ ਸਾਹਿਬ ਉਹਨੂੰ ਕਹਿੰਦੇ ਆ ਵੀ ਆਪਣੇ ਆਪ ਦਾ ਪਤਾ ਨਹੀਂ ਤੈਨੂੰ, ਤੂੰ ਖੁਦ ਬਾਰੇ ਨਹੀਂ ਜਾਣਦਾ ਵੀ ਤੂੰ ਜਿਹੜੀ ਸਟੇਟਮੈਂਟ ਦੇ ਰਿਹਾ ਜਾਂ ਜਿਹੜੀ ਗੱਲ ਤੂੰ ਕਰ ਰਿਹਾ ਆ ਵੀ ਇਹਦੇ ਮੀਨਿੰਗ ਕੀ ਬਣਦੇ ਆ। ਉਹ ਸ਼ਬਦ ਤਾਂ ਵਰਤੇ ਜਾਣਗੇ ਜਦੋਂ ਸਾਨੂੰ ਬਾਣੀ ਦੀ ਜਾਣਕਾਰੀ ਜਾਂ ਬਾਣੀ ਦਾ ਜਿਹੜਾ ਸਹੀ ਅਰਥਾਂ ਵਿੱਚ ਬਾਣੀ ਦੀ ਜਿਹੜੀ ਵਿਚਾਰ ਆ ਉਹ ਸਾਡੇ ਸਮਝ ਵਿੱਚ ਨਹੀਂ ਆਇਆ। ਮਿਸ਼ਨਰੀ ਕਾਲਜਾਂ ਦੀ ਇੱਕੋ ਹੀ ਖੂਬਸੂਰਤੀ ਰਹੀ ਹੈ ਸ਼ੁਰੂ ਤੋਂ ਅੱਜ ਤੱਕ
ਮਿਸ਼ਨਰੀ ਕਾਲਜ ਪੜ੍ਹਨ ਵਾਲੇ ਸਾਰਿਆਂ ਦੀ ਗੱਲ ਨਹੀਂ, ਕੋਈ ਇੱਕ ਅੱਧਾ ਵੀਰ ਹੋ ਸਕਦਾ ਆ ਜਿਹੜਾ ਆਪਣੇ ਢੰਗ ਨਾਲ ਸੋਚੇ। ਮਿਸ਼ਨਰੀ ਕਾਲਜਾਂ ਨੇ ਜਦੋਂ ਤੋਂ ਵੀ ਬਾਣੀ ਨੂੰ ਸਮਝਣਾ ਸ਼ੁਰੂ ਕੀਤਾ, ਉਸ ਵੇਲੇ ਤੋਂ ਇੱਕ ਗੱਲ ਹਰ ਵਾਰ ਹਰ ਸਟੇਜ ਤੇ ਦੁਹਰਾਈ ਗਈ ਹੈ ਵੀ ਅਸੀਂ ਬਾਣੀ ਨੂੰ ਸਾਰੇ ਰਲ ਕੇ ਸਮਝੀਏ, ਸਾਡਾ ਇੱਕ ਗੁਰੂ ਹੋਵੇ, ਇੱਕ ਗੁਰੂ ਦੇ ਹਿਸਾਬ ਨਾਲ ਅਸੀਂ ਸਾਰੇ ਫੈਸਲਾ ਕਰੀਏ, ਗੁਰੂ ਦੀ ਮੱਤ ਲੈ ਕੇ ਅਸੀਂ ਜ਼ਿੰਦਗੀ ਨੂੰ ਜੀਏ। ਉੱਥੇ ਆਣ ਕੇ ਸਾਡੀਆਂ ਆਪਣੀਆਂ ਸਾਰਿਆਂ ਦੀਆਂ ਮੱਤਾਂ ਰੱਦ ਹੋ ਜਾਣਗੀਆਂ। ਗੁਰੂ ਦੀ ਮੱਤ ਦੇ ਸਾਹਮਣੇ ਸਾਰੀਆਂ ਮੱਤਾਂ ਤਾਂ ਹੀ ਹੈ ਨਾ ਵੀ ਗੁਰ ਕੀ ਮੱਤ ਤੂੰ ਲੈ ਇਹ ਆਨੇ। ਹੁਣ ਤੁਹਾਨੂੰ ਹਰ ਪੱਖ ਤੋਂ ਗੁਰੂ ਦੀ ਮੱਤ ਲੈਣੀ ਪਏਗੀ। ਤੇ ਜਿਹੜੇ ਬੰਦੇ ਇਦਾਂ ਕਹਿੰਦੇ ਆ ਵੀ ਨਹੀਂ ਜੀ ਬਾਣੀ ਦਾ ਪ੍ਰਮਾਣ ਨਹੀਂ ਹੋਣਾ ਚਾਹੀਦਾ, ਹੁਣ ਅੱਜ ਇਸ ਤਰ੍ਹਾਂ ਦੇ ਖਿਆਲ ਵੀ ਬੰਦੇ ਦੇਣ ਲੱਗ ਪਏ ਵੀ ਬਾਣੀ ਦਾ ਪ੍ਰਮਾਣ ਨਾ ਦਿਓ ਜੀ ਸਾਨੂੰ, ਫਿਰ ਕਾਹਦਾ ਦਈਏ ਦੱਸੋ। ਜੇ ਬੰਦਾ ਇਹ ਕਹਿੰਦਾ ਵੀ ਮੇਰੇ ਨਾਲ ਜੇ ਗੱਲ ਮੈਂ ਕਹਿੰਦਾ ਵੀ ਮਿਸ਼ਨਰੀ ਕਾਲਜਾਂ ਨੇ ਹਮੇਸ਼ਾ ਇਹ ਗੱਲ ਕਹੀ ਵੀ ਜੇ ਸਾਡੇ ਨਾਲ ਗੱਲ ਕਰਨੀ ਹੈ ਤੁਸੀਂ ਬਾਣੀ ਵਿੱਚੋਂ ਪ੍ਰਮਾਣ ਦਿਓ ਵੀ ਬਾਣੀ ਇਹਨੂੰ ਕਿਵੇਂ ਮੰਨਦੀ ਹੈ। ਜਦੋਂ ਤੁਸੀਂ ਇਹ ਕਹਿਣਾ ਵੀ ਬਾਣੀ ਨੂੰ ਛੱਡ ਕੇ ਗੱਲ ਕਰੋ ਤਾਂ ਇਹ ਸ਼ਾਇਦ ਸਾਨੂੰ ਸਮਝ ਨਹੀਂ ਲੱਗ ਰਹੀ, ਅਸੀਂ ਜਾਣੇ ਅਣਜਾਣੇ ਵਿੱਚ ਉਹ ਸਟੇਟਮੈਂਟ ਦੇ ਰਹੇ ਹਾਂ, ਉਸ ਗੱਲ ਨੂੰ ਤੇ ਮੋਹਰ ਲਾ ਰਹੇ ਹਾਂ ਜਿਹੜੀ ਗੱਲ ਅਜੇ ਤੱਕ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਵਿਰੋਧੀ ਕਹਿੰਦੇ ਰਹੇ। ਉਹ ਕਹਿੰਦੇ ਬਾਣੀ ਨੂੰ ਪਾਸੇ ਰੱਖ ਕੇ ਗੱਲ ਕਰੋ, ਕਿਉਂਕਿ ਜਦੋਂ ਬਾਣੀ ਸਾਹਮਣੇ ਆ ਜਾਂਦੀ ਹੈ ਫਿਰ ਸਾਰਾ ਕੁਝ ਇੱਥੇ ਝੂਠਾ ਪੈ ਜਾਂਦਾ ਹੈ। ਫਿਰ ਇਹਦੇ ਸਾਹਮਣੇ ਕੋਈ ਚੀਜ਼ ਵੀ ਨਹੀਂ ਟਿਕਦੀ, ਨਾ ਕਿਸੇ ਦੀ ਇੱਥੇ ਆਣ ਕੇ ਸੰਪਰਦਾਇਕ ਵਿਚਾਰਧਾਰਾ ਟਿਕਣੀ ਹੈ, ਨਾ ਇੱਥੇ ਆਣ ਕੇ ਕਿਸੇ ਨਾਸਤਕ ਬੰਦੇ ਦੀ ਕੋਈ ਦਲੀਲ ਟਿਕਣੀ, ਕਿਉਂਕਿ ਉਹ ਵੀ ਰੱਦ ਹੋ ਜਾਣੀ ਹੈ। ਹਰ ਇੱਕ ਚੀਜ਼ ਬਾਣੀ ਦੀ ਦਲੀਲ ਦੇ ਸਾਹਮਣੇ ਫੇਲ ਹੋਏਗੀ। ਹੁਣ ਸੌਖਾ ਤਰੀਕਾ ਇਹ ਹੈ ਵੀ ਤੁਸੀਂ ਬਾਣੀ ਨੂੰ ਛੱਡ ਦਿਓ, ਬਾਣੀ ਨੂੰ ਛੱਡ ਕੇ ਸਾਡੇ ਨਾਲ ਗੱਲ ਕਰੋ। ਦੋ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਮੈਂ ਰੱਖਣੀਆਂ ਚਾਹੁੰਦਾ। ਸ਼੍ਰੋਮਣੀ ਕਮੇਟੀ ਇੱਕ ਕਿਤਾਬ ਛਾਪਦੀ ਹੁੰਦੀ ਸੀ, ਸਰਵੋਤਮ ਧਰਮ ਤੇ ਸਰਵੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੀਰਥ ਰਾਮ ਦੰਡੀ ਸੰਨਿਆਸੀ ਦੀ। ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਇਹ ਕਿਤਾਬ ਛਾਪਣੀ ਬੰਦ ਕਰਤੀ। ਕਿਉਂ, ਕੀ ਕਾਰਨ ਹੈ? ਕਿਉਂਕਿ ਜਿਹੜੀ ਕਿਤਾਬ ਵਿੱਚ ਜਿਹੜਾ ਰੈਫਰੈਂਸ ਭਾਰਤ ਵਿੱਚ ਇਹ ਕਹਿ ਰਿਹਾ ਆ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਰਗਾ ਦੁਨੀਆ 'ਤੇ ਕੋਈ ਗ੍ਰੰਥ ਨਹੀਂ, ਜਿਹੜਾ ਰੈਫਰੈਂਸ ਇਹ ਕਹਿ ਰਿਹਾ ਵੀ ਸਿੱਖ ਧਰਮ ਵਰਗਾ ਦੁਨੀਆ 'ਤੇ ਕੋਈ ਧਰਮ ਨਹੀਂ, ਉਹਦਾ ਮੂਲ ਮਿਟਾ ਦਿੱਤਾ ਜਾਏ, ਉਹ ਚੀਜ਼ ਖਤਮ ਕਰ ਦਿੱਤੀ ਜਾਏ। ਅਤੇ ਅੱਜ ਬਹੁਤ ਸਾਰੇ ਸਿਆਣੇ ਬੰਦੇ ਵੀ ਜਿਹੜੇ ਆਪਣੇ ਆਪ ਨੂੰ ਮੰਨਦੇ ਆ ਉਹ ਵੀ ਇੱਦਾਂ ਕਰਨ ਲੱਗ ਪਏ, ਕਹਿੰਦੇ ਵੀ ਬਾਣੀ ਦੀ ਗੱਲ ਨਾ ਕਰੋ, ਕਿਉਂਕਿ ਬਾਣੀ ਦੀ ਜਿਹੜੀ ਹੈ ਉਹ ਸਾਨੂੰ ਸਮਝ ਨਹੀਂ, ਜਾਂ ਬਾਣੀ ਬਾਰੇ ਅਸੀਂ ਜਾਣਦੇ ਨਹੀਂ, ਸਾਡੇ ਨਾਲ ਗੱਲ ਤੁਸੀਂ ਬਿਨਾਂ ਬਾਣੀ ਤੋਂ ਕਰੋ। ਇੱਕ ਗੱਲ ਚੇਤੇ ਰੱਖੋ, ਬਾਣੀ ਨਾਲ ਸਿੱਖ ਨੇ ਬਚਣਾ। ਜਿਵੇਂ ਮੈਂ ਬੜੀ ਵਾਰ ਕਹਿੰਦਾ ਹੁੰਦਾ ਵੀ ਮੱਕਿਓਂ ਪਰੇ ਮੁਸਲਮਾਨ ਵੀਰ ਕਹਿੰਦੇ ਮੱਕਿਓਂ ਪਰੇ ਜਾੜ ਹੈ, ਸਾਡੇ ਵਾਸਤੇ ਬਾਣੀਓਂ ਪਰੇ ਜਾੜ ਹੈ ਵੀ ਬਾਣੀ ਤੋਂ ਪਰੇ ਜਾ ਕੇ ਅਸੀਂ ਜੀਵਤ ਨਹੀਂ ਰਹਿ ਸਕਾਂਗੇ। ਸੋ ਇੱਦਾਂ ਸਾਰੇ ਸ਼ਬਦ ਬਾਣੀ ਵਿੱਚ ਜਿਹੜੇ ਆਏ ਆ ਜਾਂ ਜਿਹੜੇ ਬਾਣੀ 'ਚ ਪੱਖ ਆਏ ਆ ਉਹਨੂੰ ਬਾਣੀ ਦੇ ਨਜ਼ਰੀਏ ਤੋਂ, ਬਾਣੀ ਦੇ ਪੱਖ ਤੋਂ ਵੇਖਣ ਦੀ ਲੋੜ ਹੁੰਦੀ ਹੈ। ਜਿੱਦਣ ਤੁਸੀਂ ਉਸ ਪੱਖ ਤੋਂ ਵੇਖੋਗੇ ਫਿਰ ਸਮਝ ਲੱਗਣੀ ਹੈ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ ਕੀ ਹੁੰਦਾ ਆ। ਫਿਰ ਸਾਨੂੰ ਸਮਝ ਲੱਗਣੀ ਹੈ ਵੀ ਅਸੀਂ ਰਲ ਮਿਲ ਕੇ ਇਸ ਸਮਾਜ ਦੇ ਵਿੱਚ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਲੈ ਕੇ, ਅਤੇ ਜਦੋਂ ਅਸੀਂ ਇਹੀ ਕਹਿਣ ਲੱਗ ਪਏ ਵੀ ਬਾਣੀ ਦੀ ਗੱਲ ਛੱਡ ਦਿਓ, ਫਿਰ ਤੁਸੀਂ ਦੱਸਣਾ ਕੀ ਹੈ ਲੋਕਾਂ ਨੂੰ, ਦੱਸਣਾ ਕੀ ਚਾਹੁੰਦੇ ਹਾਂ ਅਸੀਂ ਸਮਝਾਉਣਾ ਕੀ ਚਾਹੁੰਦੇ ਹਾਂ। ਇੱਕ ਬੰਨੇ ਅਸੀਂ ਆਪੇ ਹੀ ਇਹ ਗੱਲ ਮੰਨਦੇ ਹਾਂ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਮੁਕਾਬਲੇ ਤੇ ਸਾਡੇ ਕੋਲ ਹੋਰ ਕੁਝ ਗੁਰੂ ਸਾਹਿਬ ਜੀ ਦੇ ਆਪਣੇ ਹੱਥੀਂ ਲਿਖਤ ਜੇ ਕੋਈ ਸਾਡੇ ਕੋਲ ਹੈ, ਕਿੱਡੇ ਮਾਣ ਵਾਲੀ ਗੱਲ ਹੈ। ਸਿੱਖ ਮਾਣ ਨਾਲ ਕਹਿ ਸਕਦਾ, ਅੱਜ ਤੱਕ ਅਸੀਂ ਕਹਿੰਦੇ ਰਹੇ ਹਾਂ ਵੀ ਸਿੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ ਹੈ ਵੀ ਗੁਰੂ ਸਾਹਿਬ ਜੀ ਦੇ ਆਪਣੇ ਹੱਥ ਲਿਖਤ, ਆਪਣੇ ਹੱਥਾਂ ਨਾਲ ਲਿਖੀ ਹੋਈ ਬਾਣੀ। ਅਤੇ ਅੱਜ ਅਸੀਂ ਉਹਨੂੰ ਵੀ ਕਹਿ ਰਹੇ ਹਾਂ ਵੀ ਨਹੀਂ, ਬਾਣੀ ਦੀ ਦਲੀਲ ਨਹੀਂ ਹੋਣੀ ਚਾਹੀਦੀ, ਬਾਣੀ ਦੀ ਗੱਲ ਨਹੀਂ ਚੱਲਣੀ ਚਾਹੀਦੀ, ਕਿਉਂਕਿ ਗੱਲ ਇਹ ਹੈ ਵੀ ਮੈਨੂੰ ਐਂ ਸਮਝ ਲੱਗਦੀ ਹੈ ਮੈਂ ਜਿਵੇਂ ਮੰਨਦਾ ਹਾਂ ਇੱਦਾਂ ਸਾਰੀ ਕੌਮ ਮੰਨੇ। ਨਾ ਭਾਈ, ਇੱਦਾਂ ਕਦੇ ਨਹੀਂ ਹੋਏਗਾ। ਤੁਸੀਂ ਕਿਵੇਂ ਮੰਨਦੇ ਹੋ, ਕੋਈ ਫਲਾਨਾ ਕਿਵੇਂ ਮੰਨਦਾ ਆ, ਕੋਈ ਢਮਾਕਾ ਕਿਵੇਂ ਮੰਨਦਾ ਆ, ਕੋਈ 1 2 3 4 ਕੋਈ ਵੀ ਜੋ ਕਹਿੰਦਾ ਵੀ ਅਸੀਂ ਇੱਦਾਂ, ਉਹ ਕੀ ਮੰਨਦੇ ਆ, ਇਹ ਗੱਲ ਮੈਟਰ ਨਹੀਂ ਕਰਦੀ। ਮੈਟਰ ਇਹ ਕਰਦੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਉਹਨੂੰ ਕਿਸ ਨਜ਼ਰੀਏ ਤੋਂ ਮੰਨਦੇ ਆ, ਜਾਂ ਗੁਰੂ ਸਾਹਿਬ ਜੀ ਦੀ ਬਾਣੀ ਉਹਨੂੰ ਕਿਸ ਨਜ਼ਰੀਏ ਤੋਂ ਮੰਨਦੀ ਹੈ। ਜਦੋਂ ਸੁੱਕੇ ਕਾਸਟ ਹਰਿਆ ਦੀ ਗੱਲ ਚੱਲਣੀ ਹੈ ਤਾਂ ਉਹਦਾ ਮਤਲਬ ਲੱਕੜ ਨਹੀਂ ਹੋਏਗਾ। ਕੋਸ਼ ਤੇ ਗਿਆਨੀ ਉਹਦੇ ਅਰਥ ਕਰਨਗੇ ਲੱਕੜ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਉਹਦੇ ਅਰਥ ਜਦੋਂ ਕਰੇਗੀ ਤੇ ਉਹ ਅਰਥ ਲੱਕੜ ਨਹੀਂ ਕਰਨਗੇ। ਉੱਥੇ ਗੱਲ ਚੱਲੇਗੀ ਇਸ ਸਰੀਰ ਦੇ ਅੰਦਰ ਦੇ ਵਿਚਾਰਾਂ ਦਾ ਸੁੱਕ ਜਾਣਾ, ਇਹ ਸੁੱਕਾ ਹੋਇਆ ਮਨ, ਇਹ ਸੁੱਕੇ ਹੋਏ ਮੇਰੇ ਖਿਆਲ, ਇਹਨਾਂ ਨੂੰ ਹਰੇ ਕਰਨ ਦੀ ਗੱਲ ਚੱਲਦੀ ਹੈ। ਕਿਉਂਕਿ ਖਿਆਲਾਂ ਦਾ ਹਰਿਆ ਹੋਣਾ, ਗੁਰੂ ਸਾਹਿਬ ਜੀ ਦੇ ਵਿਚਾਰ ਦੇ ਰਾਹੀਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ, ਇਹ ਗੱਲ ਵੱਡੀ ਹੈ। ਸੋ ਇਸ ਕਰਕੇ ਭਾਈ ਸਾਰੇ ਇਸ ਗੱਲ ਨੂੰ ਸੱਚੀ ਮੁੱਚੀ ਦਿਲੋਂ ਸਮਝੀਏ ਔਰ ਇਸ ਗੱਲ 'ਤੇ ਮੋਹਰ ਲਾਉਣ ਦਾ ਯਤਨ ਕਰੀਏ। ਕੋਈ ਵੀ ਹੋਵੇ,
A to Z ਜਿਹੜਾ ਬੰਦਾ ਇਹ ਕਹਿੰਦਾ ਵੀ ਬਾਣੀ ਦੀ ਦਲੀਲ ਤੋਂ ਬਿਨਾਂ, ਬਾਣੀ ਤੋਂ ਬਿਨਾਂ ਗੱਲ ਕਰੋ, ਸਮਝ ਲਓ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਖੀ ਹੈ। ਜਿਹੜਾ ਬੰਦਾ ਇਹ ਕਹਿੰਦਾ ਵੀ ਬਾਣੀ ਮੈਨੂੰ ਐਂ ਸਮਝ ਲੱਗਦੀ ਹੈ ਵੀ ਮੈਂ ਬਾਣੀ ਨੂੰ ਇੱਦਾਂ ਵੇਖਦਾ, ਇਹ ਵੀ ਸਿੱਖ ਕੌਮ ਵਾਸਤੇ ਬਹੁਤ ਘਾਤਕ ਸਟੇਟਮੈਂਟ ਹੈ। ਕਿਉਂਕਿ ਇਹ ਨਹੀਂ ਵੇਖਿਆ ਜਾਣਾ ਵੀ ਤੁਹਾਨੂੰ ਕਿਵੇਂ ਸਮਝ ਲੱਗਦੀ ਹੈ, ਇਹ ਵੇਖਿਆ ਜਾਣਾ ਵੀ ਬਾਣੀ ਅਸਲ ਵਿੱਚ ਸਮਝਾਉਣਾ ਕੀ ਚਾਹੁੰਦੀ ਹੈ, ਬਾਣੀ 'ਚ ਸੱਚੇ ਪਾਤਸ਼ਾਹ ਜੀ ਦੱਸਣਾ ਕੀ ਚਾਹੁੰਦੇ ਆ। ਬਹੁਤ ਸਾਰੇ ਇਸ ਤਰ੍ਹਾਂ ਦੇ ਪੱਖ ਆ ਜਿਹੜੇ ਸਾਨੂੰ ਧਿਆਨ ਨਾਲ ਵੇਖਣ ਦੀ ਲੋੜ ਹੁੰਦੀ ਹੈ। ਕੋਸ਼ਿਸ਼ ਕਰੀਏ, ਤਾਂ ਹੀ ਕਹੀਦਾ ਨਾ ਵੀ ਆਪ ਬਾਣੀ ਪੜ੍ਹੋ, ਆਪਣੇ ਆਪ ਨੂੰ ਬਾਣੀ ਦੇ ਨਾਲ ਜੋੜ ਕੇ ਜੋ ਬਾਣੀ 'ਚ ਦੱਸਿਆ ਗਿਆ ਆ, ਖੁਦ ਆਪਣੀ ਸੋਚ ਕਿਉਂ ਨਹੀਂ ਡਿਵੈਲਪ ਕਰ ਲੈਂਦੇ ਅਸੀਂ, ਇਸ ਸੁਰਤ ਨੂੰ ਆਪਣੀ ਨੂੰ ਕਿਉਂ ਨਹੀਂ ਉੱਚਾ ਚੁੱਕ ਲੈਂਦੇ, ਤਾਂ ਕਿ ਸਾਨੂੰ ਇਹ ਪਤਾ ਲੱਗ ਜਾਏ ਵੀ ਆਹ ਗਲਤ ਹੈ, ਆਹ ਠੀਕ ਹੈ। ਪਰ ਇੱਥੇ ਰੌਲਾ ਇਹ ਹੈ ਵੀ ਅਸੀਂ ਗਲਤ ਅਤੇ ਠੀਕ ਦੀ ਗੱਲ ਨਹੀਂ ਕਰਦੇ, ਅਸੀਂ ਗੱਲ ਕਰਦੇ ਹਾਂ ਵੀ ਇਹ ਸਾਡਾ ਬੰਦਾ ਆ, ਇਹਨੇ ਗੱਲ ਕਹੀ ਹੈ, ਇਹ ਠੀਕ ਹੈ। ਇਹ ਗੱਲ ਜੇ ਕੋਈ ਦੂਜਾ ਬੰਦਾ ਕਹੇਗਾ ਤਾਂ ਉਹ ਠੀਕ ਨਹੀਂ ਹੈ, ਕਿਉਂਕਿ ਰੌਲਾ ਧਿਰ ਦਾ ਰਹਿ ਜਾਂਦਾ, ਰੌਲਾ ਧਰਮ ਦਾ ਅਤੇ ਰੌਲਾ ਸਿਧਾਂਤ ਦਾ ਨਹੀਂ ਹੁੰਦਾ। ਸੋ ਉਸ ਚੀਜ਼ ਨੂੰ ਬਣਾ ਕੇ ਜਦੋਂ ਪੇਸ਼ ਕੀਤਾ ਜਾਏਗਾ, ਫਿਰ ਬਾਣੀ ਦੇ ਅਰਥਾਂ ਨਾਲ ਅਨਰਥ ਹੋਏਗਾ। ਆਓ ਹੱਥ ਜੋੜ ਅਪੀਲ ਹੈ ਆਪ ਸਾਰਿਆਂ ਦੇ ਚਰਨਾਂ ਵਿੱਚ, ਬਾਣੀ ਨੂੰ ਬਾਣੀ ਦੇ ਨਜ਼ਰੀਏ ਤੋਂ ਸਮਝਣ ਦਾ ਯਤਨ ਕਰੀਏ, ਬਾਣੀ ਨੂੰ ਕਿਸੇ ਬੰਦੇ ਦੇ ਨਜ਼ਰੀਏ ਤੋਂ ਸਮਝਣ ਦਾ ਯਤਨ ਨਾ ਕਰੀਏ। ਕਿਉਂਕਿ ਬੰਦਿਆਂ ਨੇ ਜਦੋਂ ਬਾਣੀ ਨੂੰ ਹਾਂ ਵਿਚਾਰ ਆਪਾਂ ਸਾਰੇ, ਮੈਂ ਵੀ ਵਿਚਾਰ ਹੀ ਕਰ ਰਿਹਾ ਇੱਥੇ, ਸਾਰੇ ਆਪਾਂ ਰਲ ਮਿਲ ਕੇ ਵਿਚਾਰ ਹੀ ਕਰ ਰਹੇ ਹਾਂ, ਤੁਸੀਂ ਕਿਸੇ ਵੀ ਵਿਚਾਰਵਾਨ ਦੀ ਗੱਲ, ਪਰ ਉਹਦੇ ਲਈ ਜ਼ਰੂਰੀ ਇਹ ਹੁੰਦਾ ਵੀ ਇਹ ਵੇਖੋ ਵੀ ਜਿਹੜੀ ਗੱਲ ਕਹੀ ਜਾ ਰਹੀ ਹੈ ਇਹਨੂੰ ਬਾਣੀ ਕਿੱਦਾਂ ਵੇਖਦੀ ਹੈ। ਸੋ ਇਸ ਪੱਖ ਤੋਂ ਆਪਾਂ ਸਾਰੇ ਸੁਚੇਤ ਹੋਈਏ, ਤਾਂ ਕਿ ਸਾਨੂੰ ਨਾ ਤਾਂ ਕੋਈ ਬੰਦਾ ਅੰਧ ਵਿਸ਼ਵਾਸ ਵਿੱਚ ਧੱਕ ਸਕੇ ਅਤੇ ਨਾ ਸਾਨੂੰ ਕੋਈ ਨਾਸਤਿਕਤਾ ਦੇ ਖੱਡ ਵਿੱਚ ਸੁੱਟ ਸਕੇ। ਬੈਲੈਂਸ ਬਣਾ ਕੇ ਬਾਣੀ ਦੇ ਆਧਾਰਿਤ ਜ਼ਿੰਦਗੀ ਜਿਉਣ ਦਾ ਯਤਨ ਕਰੀਏ, ਬਾਣੀ ਹੀ ਸਮਾਜ ਦੇ ਸਾਹਮਣੇ ਲੈ ਕੇ ਆਈਏ ਔਰ ਉਸੇ ਸੰਦਰਭ 'ਚ ਲੈ ਕੇ ਆਈਏ ਜਿਹੜੇ ਸੰਦਰਭ 'ਚ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖੀਏ। ਆਪ ਸਭਨਾਂ ਦਾ ਧੰਨਵਾਦ। ਹਾਂ, ਕਈ ਵਾਰ ਐਂ ਲੱਗਦਾ ਵੀ ਫਿਰ ਫੈਸਲਾ ਕੌਣ ਕਰੇਗਾ, ਫੈਸਲਾ ਕਰ ਲਾਂਗੇ ਨਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਨਹੀਂ ਟਿਕਣਾ ਇੱਥੇ ਸਾਹਮਣੇ। ਜਿਹੜਾ ਬੰਦਾ ਕਹਿ ਰਿਹਾ ਮੇਰੇ ਨਾਲ ਬਾਣੀ ਦੀ ਗੱਲ ਨਾ ਕਰੋ, ਸਮਝ ਲੱਗਦੀ ਹੈ ਵੀ ਉਹਦੇ ਕੋਲ ਬਾਣੀ ਦੀ ਦਲੀਲ ਨਹੀਂ ਹੈ, ਉਹ ਆਪਣੀ ਮਨਾਉਣਾ ਚਾਹੁੰਦਾ, ਉਹਨੂੰ ਪਤਾ ਵੀ ਜੇ ਬਾਣੀ ਦੀ ਗੱਲ ਸ਼ੁਰੂ ਹੋਏਗੀ ਉੱਥੇ ਮੈਂ ਝੂਠਿਆਂ ਪੈ ਜਾਣਾ। ਇਸ ਕਰਕੇ ਦਵਾਈ ਇਹ ਦਿਓ ਸਭ ਤੋਂ ਪਹਿਲਾਂ ਵੀ ਨਾ ਭਾਈ ਬਾਣੀ ਦੀ ਪੰਕਤੀ ਨਹੀਂ ਸੁਣਾਉਣੀ, ਬਾਣੀ ਦੀ ਕੋਈ ਗੱਲ ਨਹੀਂ ਕਰਨੀ, ਤਾਂ ਕਿ ਬਾਣੀ ਦੇ ਸਾਹਮਣੇ ਮੈਂ ਫਿੱਕਾ ਪੈਣਾ। ਅਤੇ ਹੁਜਤਾਂ ਦੀ ਕਿਹੜੀ ਗੱਲ ਹੈ, ਹੁਜਤ ਤਾਂ ਤੁਸੀਂ ਕਿਸੇ ਦੇ ਸਾਹਮਣੇ ਵੀ ਡਾਹ ਸਕਦੇ ਹੋ, ਉਹਦਾ ਤਾਂ ਨਾ ਕੋਈ ਜਵਾਬ ਦਿੱਤਾ ਜਾ ਸਕਦਾ, ਨਾ ਹੀ ਉਹਦਾ ਜਵਾਬ ਲੱਭਿਆ ਜਾ ਸਕਦਾ। ਸੋ ਯਤਨ ਕਰੀਏ, ਕੋਸ਼ਿਸ਼ ਕਰੀਏ। ਆਪ ਸਭਨਾਂ ਦਾ ਧੰਨਵਾਦ। ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਭੁੱਲ ਚੁੱਕ ਲਿਖੇ ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।